ਫੁੱਲਾਂ ਵਾਂਗ ਹੱਸਦੇ, ਘਰਾਂ ਨੂੰ ਮਹਿਕਾਂ ਵੰਡਦੇ ਮਹਿਕਾਉਂਦੇ ਪਿਆਰੇ ਪਿਆਰੇ ਵਿਦਿਆਰਥੀਓ, ਆਪ ਸਭ ਨੂੰ ਮੇਰੇ ਵੱਲੋਂ ਭਾਵ ਅਮਨਦੀਪ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਨਿੱਘੀ ਜੀ ਆਇਆਂ ਨੂੰ ਸਵਾਗਤਮ। ਬੱਚਿਓ, ਅਸੀਂ ਕੱਲ ਪੜ੍ਹ ਰਹੇ ਸੀ ਪਰਮਵੀਰ ਪੰਜਾਬੀ ਵਿਆਕਰਨ ਅਤੇ ਲਿਖਣ ਕਲਾ ਦਾ ਪਾਠ ਨੰਬਰ 16 ਵਿਸਮਿਕ ਅਤੇ ਨਿਪਾਤ, ਜਿਸ ਵਿੱਚ ਅਸੀਂ ਵਿਸਮਕ ਸੰਬੰਧੀ ਜਾਣਕਾਰੀ ਹਾਸਲ ਕਰ ਰਹੇ ਸੀ। ਅਸੀਂ ਕੁੱਲ 5 ਕਿਸਮਾਂ ਇਹਦੀਆਂ ਪੜ੍ਹ ਚੁੱਕੇ ਸੀ। ਆਓ ਅੱਜ ਅਸੀਂ ਇਸ ਨੂੰ ਅੱਗੋਂ ਸ਼ੁਰੂ ਕਰਦੇ ਹਾਂ। ਸੋ ਖੋਲ੍ਹੋ ਆਪਣਾ ਪੰਨਾ ਨੰਬਰ 67 ਭਾਵ 67। ਅਸੀਂ ਕੱਲ ਇਸ ਦੀ ਪਰਿਭਾਸ਼ਾ ਪੜ੍ਹੀ ਸੀ। ਸਿਲੇਬਸ ਮੁਤਾਬਕ ਤੁਹਾਡੀਆਂ 9 ਕਿਸਮਾਂ ਨੇ, ਪਰ ਕਿਤਾਬ ਦੇ ਵਿੱਚ 10 ਕਿਸਮਾਂ ਦਿੱਤੀਆਂ ਹੋਈਆਂ ਨੇ। ਸੋ ਅਸੀਂ 10 ਕਿਸਮਾਂ ਸੰਬੰਧੀ ਹੀ ਜਾਣਕਾਰੀ ਹਾਸਲ ਕਰਾਂਗੇ। ਕੱਲ ਅਸੀਂ ਪੜ੍ਹੀ ਸੀ ਸੰਬੋਧਨੀਵਾਚਕ ਕਿਸਮ, ਸੂਚਨਾਵਾਚਕ ਕਿਸਮ, ਪ੍ਰਸ਼ੰਸਾਵਾਚਕ, ਸ਼ੋਕਵਾਚਕ ਅਤੇ ਸਤਿਕਾਰਵਾਚਕ ਕਿਸਮ। ਇਹਨਾਂ 5 ਕਿਸਮਾਂ ਸੰਬੰਧੀ ਅਸੀਂ ਜਾਣਕਾਰੀ ਹਾਸਲ ਕੀਤੀ ਸੀ। ਅੱਜ ਅਸੀਂ ਅਗਲੀਆਂ ਕਿਸਮਾਂ ਨੂੰ ਪੜ੍ਹਨ ਜਾ ਰਹੇ ਹਾਂ। ਸੋ ਪੰਨਾ ਨੰਬਰ 68 ਦੇ ਉੱਪਰ ਭਾਵ 68 ਪੇਜ ਦੇ ਉੱਪਰ ਇਹਦੀ ਕਿਸਮ ਲਿਖੀ ਗਈ ਹੈ 6ਵੀਂ, ਫਿਟਕਾਰਵਾਚਕ ਵਿਸਮਕ। ਜਿਹੜੇ ਵਿਸਮਕ ਫਿਟਕਾਰ ਅਰਥਾਤ ਗੁੱਸੇ ਜਾਂ ਲਾਹਨਤ ਦੇ ਭਾਵਾਂ ਨੂੰ ਪ੍ਰਗਟ ਕਰਨ ਲਈ ਵਰਤੇ ਜਾਂਦੇ ਹਨ। ਫਿਟਕਾਰ ਕੀ ਹੁੰਦੀ ਹੈ? ਕਿਸੇ ਨੂੰ ਬੁਰਾ ਕਹਿਣਾ। ਜਦੋਂ ਮਨ ਵਿੱਚ ਗੁੱਸੇ ਦੇ ਭਾਵ ਹੋਣ, ਕਿਸੇ ਪ੍ਰਤੀ ਨਫ਼ਰਤ ਦੇ ਭਾਵ ਹੋਣ, ਲਾਹਨਤ ਪਾਉਣੀ ਹੋਵੇ ਕਿਸੇ ਨੂੰ, ਤੇ ਅਜਿਹੇ ਭਾਵਾਂ ਨੂੰ ਪ੍ਰਗਟ ਕਰਨ ਲਈ ਜਿਹੜੇ ਸ਼ਬਦ ਵਰਤੇ ਜਾਂਦੇ ਹਨ ਉਸ ਨੂੰ ਅਸੀਂ ਫਿਟਕਾਰਵਾਚਕ ਵਿਸਮਕ ਆਖਦੇ ਹਾਂ। ਜਿਵੇਂ ਸ਼ਬਦ ਇਹਨਾਂ ਲਈ ਵਰਤੇ ਜਾਂਦੇ ਹਨ: ਦੁਰ ਫਿੱਟੇ ਮੂੰਹ, ਬੇਸ਼ਰਮਾ, ਲੱਖ ਲਾਹਨਤ, ਦਫਾ ਹੋ ਆਦਿ। ਅਜਿਹੇ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਕੋਈ ਚੀਜ਼ ਖਰਾਬ ਹੋ ਜਾਵੇ ਤੇ ਘਰ ਦੇ ਕਹਿ ਦਿੰਦੇ ਨੇ, ਕਈ ਵਾਰੀ ਗੁੱਸੇ ਦੇ ਵਿੱਚ ਵੀ ਕਿਹਾ ਜਾਂਦਾ ਹੈ ਦਫਾ ਹੋ, ਸਾਰਾ ਸੱਤਿਆਨਾਸ਼ ਕਰ ਦਿੱਤਾ, ਮੈਂ ਆਪੇ ਕਰ ਲਾਂਗੀ। ਕਹਿ ਦਿੰਦੇ ਨੇ ਨਾ ਘਰ ਦੇ ਕਿ ਤੂੰ ਦਫਾ ਹੋ ਜਾ, ਤੂੰ ਬਹੁਤ ਮੈਨੂੰ ਤੰਗ ਕੀਤਾ ਹੈ। ਇਸੇ ਤਰ੍ਹਾਂ ਇੱਥੇ ਵੀ ਉਦਾਹਰਨਾਂ ਲਿਖੀਆਂ ਨੇ: ਦੁਰ ਫਿੱਟੇ ਮੂੰਹ, ਤੈਨੂੰ ਇਹ ਕੰਮ ਕਰਦਿਆਂ ਸ਼ਰਮ ਨਾ ਆਈ, ਬੇਸ਼ਰਮਾ, ਮੇਰੀਆਂ ਅੱਖਾਂ ਤੋਂ ਦੂਰ ਹੋ ਜਾ। ਸੋ ਇੱਥੇ ਜਿਹੜੇ ਲਾਲ ਰੰਗ ਦੀ ਸਿਆਹੀ ਵਿੱਚ ਲਿਖੇ ਗਏ ਸ਼ਬਦ ਨੇ ਇਹ ਫਿਟਕਾਰਵਾਚਕ ਵਿਸਮਕ ਨੇ। ਇਸ ਤੋਂ ਅੱਗੇ ਹੈ ਅਸੀਸਵਾਚਕ ਵਿਸਮਕ। ਜਿਹੜੇ ਵਿਸਮਕ ਅਸੀਸ ਕੀ ਹੁੰਦਾ ਹੈ? ਆਸ਼ੀਰਵਾਦ। ਅਸੀਸ ਜਾਂ ਆਸ਼ੀਰਵਾਦ ਦੇ ਭਾਵਾਂ ਨੂੰ ਪ੍ਰਗਟ ਕਰਦੇ ਹਨ, ਉਹਨਾਂ ਨੂੰ ਅਸੀਸਵਾਚਕ ਵਿਸਮਕ ਆਖਦੇ ਹਨ। ਜਿਵੇਂ ਭਲਾ ਹੋਵੇ, ਜਵਾਨੀਆਂ ਮਾਣੋ, ਵਧੋ ਫੁੱਲੋ, ਬੁੱਢ ਸੁਹਾਗਣ ਹੋਵੇ, ਖੁਸ਼ ਰਹੋ, ਸਾਈਂ ਜੀਵੇ। ਭਲਾ ਹੋਵੇ, ਇੱਥੇ ਸਾਈਂ ਜੀਵੀ ਲਿਖਿਆ ਹੈ, ਸਾਈਂ ਜੀਵੇ ਹੁੰਦਾ ਸ਼ਬਦ, ਭਲਾ ਹੋਵੇ ਆਦਿ। ਅਸੀਸ ਹੁਣ ਕਦੋਂ ਮਿਲਦੀ? ਜਦੋਂ ਤੁਸੀਂ ਕੋਈ ਚੰਗਾ ਕੰਮ ਕਰਦੇ ਹੋ ਤਾਂ ਤੁਹਾਡੇ ਵੱਡੇ ਵਡੇਰੇ ਤੁਹਾਨੂੰ ਉਹਦਾ ਆਸ਼ੀਰਵਾਦ ਦਿੰਦੇ ਨੇ, ਅਸੀਸ ਦਿੰਦੇ ਨੇ, ਤਾਂ ਕਿ ਤੁਹਾਡੇ ਨਾਲ ਕੁਝ ਚੰਗਾ ਹੋਵੇ। ਜਦੋਂ ਤੁਸੀਂ ਕੁਝ ਚੰਗਾ ਕਰੋਗੇ ਤੇ ਉਹਦੇ ਇਵਜ਼ਾਨੇ ਦੇ ਵਿੱਚ ਤੁਹਾਨੂੰ ਬੁਰਾ ਨਹੀਂ ਕਿਹਾ ਜਾਏਗਾ, ਲਾਹਨਤ ਨਹੀਂ ਪਾਈ ਜਾਏਗੀ, ਤੁਹਾਨੂੰ ਚੰਗਾ ਹੀ ਕਿਹਾ ਜਾਏਗਾ, ਤੁਹਾਡੀ ਪ੍ਰੇਜ਼ ਵੀ ਕੀਤੀ ਜਾਏਗੀ ਤੇ ਆਸ਼ੀਰਵਾਦ ਵੀ ਮਿਲੇਗਾ। ਸੋ ਆਸ਼ੀਰਵਾਦ ਦੇ ਭਾਵ ਜਦੋਂ ਪ੍ਰਗਟ ਕੀਤੇ ਜਾਂਦੇ ਨੇ ਤੇ ਅਜਿਹੇ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹਨਾਂ ਨੂੰ ਅਸੀਂ ਅਸੀਸਵਾਚਕ ਵਿਸਮਕ ਆਖਦੇ ਹਾਂ। ਇਸ ਤੋਂ ਅੱਗੇ ਹੈ ਇੱਛਾਵਾਚਕ ਵਿਸਮਕ। ਜਿਹੜੇ ਵਿਸਮਕ ਮਨ ਦੀ ਇੱਛਾ, ਰੀਝ, ਲੋਚਾ, ਤਮੰਨਾ ਆਦਿ ਦੇ ਭਾਵਾਂ ਨੂੰ ਪ੍ਰਗਟ ਕਰਨ ਲਈ ਵਰਤੇ ਜਾਂਦੇ ਨੇ ਉਹਨਾਂ ਨੂੰ ਇੱਛਾਵਾਚਕ ਵਿਸਮਕ ਆਖਦੇ ਨੇ। ਜਿਵੇਂ ਕਾਸ਼, ਹੇ ਪਰਮਾਤਮਾ, ਹੇ ਵਾਹਿਗੁਰੂ, ਹੇ ਕਰਤਾਰ, ਬਖਸ਼ੀ ਪਰਮਾਤਮਾ, ਹੇ ਰੱਬਾ, ਜੇ ਕਦੇ ਆਦਿ। ਹੁਣ ਮਨ ਦੀ ਇੱਛਾ ਜਦੋਂ ਹੁੰਦੀ ਹੈ, ਜਦੋਂ ਅਸੀਂ ਕੋਈ ਚੀਜ਼ ਦੀ ਕਾਮਨਾ ਕਰਦੇ ਹਾਂ, ਸਾਡੇ ਮਨ ਦੀ ਕੋਈ ਤਮੰਨਾ ਹੁੰਦੀ ਹੈ, ਉਦੋਂ ਅਸੀਂ ਇਹਨਾਂ ਭਾਵਾਂ ਨੂੰ ਪ੍ਰਗਟ ਕਿਵੇਂ ਕਰਦੇ ਹਾਂ? ਕਾਸ਼ ਸ਼ਬਦ ਦੀ ਵਰਤੋਂ ਕਰਦੇ ਹਾਂ, ਹੇ ਪਰਮਾਤਮਾ ਆਖ ਦਿੰਦੇ ਹਾਂ, ਵਾਹਿਗੁਰੂ ਆਖ ਦਿੰਦੇ ਹਾਂ। ਜਿਵੇਂ ਤੁਹਾਡੇ ਵਿੱਚੋਂ ਕੁਝ ਬੱਚੇ ਕਾਰਟੂਨਸ ਵੇਖਦੇ ਹੋਣਗੇ। ਕਾਰਟੂਨ ਜਦੋਂ ਤੁਸੀਂ ਦੇਖਦੇ ਹੋ ਨਾ ਤੇ ਉਹਦੇ ਵਿੱਚ ਕਈ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ ਨੇ, ਰੀਅਲ ਲੱਗਦੀਆਂ ਨੇ। ਕਾਰਟੂਨਸ ਦੀ ਦੁਨੀਆ ਜਿਹੜੀ ਉਹ ਰੀਅਲ ਲੱਗਣ ਲੱਗ ਪੈਂਦੀ ਹੈ। ਸਾਨੂੰ ਲੱਗਦਾ ਕਿ ਇਹ ਜਿਹੜੀ ਦੁਨੀਆ ਅਸਲੀ ਹੈ, ਤੇ ਇਉਂ ਲੱਗਦਾ ਬੱਚਿਆਂ ਨੂੰ ਕਿ ਜੇ ਅਸੀਂ ਵੀ ਇਸ ਦੁਨੀਆ ਵਿੱਚ ਚਲੇ ਜਾਈਏ, ਜੇ ਅਸੀਂ ਵੀ ਇਹਨਾਂ ਲੋਕਾਂ ਦੇ ਵਿੱਚ ਖੇਡੀਏ ਤੇ ਕਿੰਨਾ ਚੰਗਾ ਰਹੇਗਾ ਜਾਂ ਕਿੰਨਾ ਚੰਗਾ ਲੱਗੇਗਾ। ਸੋ ਕਈ ਵਾਰੀ ਜੀ ਕਰਦਾ ਕਿ ਜੋ ਉਹਨਾਂ ਕੋਲ ਕਾਰਪੈਟ ਹੈ, ਉੱਡ ਰਿਹਾ ਹੈ, ਗਲੀਚਾ,
ਉੱਦਾਂ ਦਾ ਸਾਡੇ ਕੋਲ ਵੀ ਹੋਵੇ ਤੇ ਅਸੀਂ ਵੀ ਇਦਾਂ ਹੀ ਉੱਡ ਕੇ ਇੱਧਰ ਉੱਧਰ ਚਲੇ ਜਾਈਏ। ਉਹ ਤਮੰਨਾ ਹੈ, ਤੁਹਾਡੀ ਇੱਕ ਇੱਛਾ ਹੁੰਦੀ ਹੈ ਮਨ ਦੀ, ਸੋਚਦੇ ਹੋ ਤੁਸੀਂ, ਕਲਪਨਾ ਹੈ ਤੁਹਾਡੀ ਕਿ ਕਾਸ਼ ਇਦਾਂ ਹੋ ਜਾਵੇ। ਜਿਵੇਂ ਪਰੀਆਂ ਹਨ, ਉਹਨਾਂ ਦੇ ਕੋਲ ਖੰਭ ਹੁੰਦੇ ਹਨ, ਸਾਨੂੰ ਲੱਗਦਾ ਕਿ ਅਸਲੀ ਨੇ, ਉਹ ਅਸਲੀ ਦੁਨੀਆ ਹੈ ਪਰੀਆਂ ਦੀ। ਤੇ ਕੀ ਹੁੰਦਾ ਹੈ, ਕਾਸ਼ ਜੇ ਮੈਂ ਵੀ ਪਰੀ ਹੁੰਦੀ, ਲੜਕੀਆਂ ਸੋਚਦੀਆਂ ਨੇ, ਲੜਕੇ ਵੀ ਕਈ ਵਾਰੀ ਸੋਚਦੇ ਕਿ ਕਾਸ਼ ਮੈਂ ਰਾਜਕੁਮਾਰ ਹੁੰਦਾ, ਮੇਰੇ ਕੋਲ ਆਹ ਵਾਲੀਆਂ ਫੈਸਿਲਿਟੀਜ਼ ਹੋਣੀਆਂ ਸੀ। ਉਹ ਕਾਸ਼ ਜਾਂ ਇੱਛਾ ਜਿਹੜੀ ਕਰਦੇ ਹਾਂ ਅਸੀਂ, ਉਸ ਨੂੰ ਅਸੀਂ ਇੱਛਾਵਾਚਕ ਵਿਸਮਕ ਕਹਿੰਦੇ ਹਾਂ। ਕਾਸ਼ ਸ਼ਬਦ ਹੁੰਦਾ ਹੈ, ਜਾਂ ਆਪਾਂ ਕਈ ਵਾਰੀ ਕਹਿੰਦੇ ਹੇ ਪਰਮਾਤਮਾ ਤੂੰ ਮੇਰੇ ਨਾਲ ਇਦਾਂ ਕਰੀ ਜਾਂ ਉੱਦਾਂ ਕਰੀ। ਕੋਈ ਵੀ ਖਾਹਿਸ਼ ਅਸੀਂ ਸਾਡੇ ਮਨ ਦੀ ਹੁੰਦੀ ਹੈ, ਮੁਰਾਦ ਹੁੰਦੀ ਹੈ, ਅਸੀਂ ਕੋਈ ਅਰਦਾਸ ਕਰਦੇ ਹਾਂ, ਮੰਗਦੇ ਹਾਂ ਪਰਮਾਤਮਾ ਕੋਲੋਂ, ਤੇ ਉਹ ਸਾਡੀ ਇੱਛਾ ਹੈ, ਮਨ ਦੀ ਇੱਛਾ ਹੈ, ਰੀਝ ਹੈ। ਸੋ ਇਸ ਨੂੰ ਅਸੀਂ ਇੱਛਾਵਾਚਕ ਵਿਸਮਕ ਆਖਦੇ ਹਾਂ। ਅਗਲਾ ਹੈ ਹੈਰਾਨੀਵਾਚਕ ਵਿਸਮਕ। ਹੈਰਾਨੀ ਸ਼ਬਦ ਭਾਵ ਹੈਰਾਨੀ ਦੇ ਭਾਵਾਂ ਨੂੰ ਪ੍ਰਗਟ ਕਰਨ ਵਾਲਾ। ਜਦੋਂ ਅਸੀਂ ਅਸਚਰਜ ਹੋ ਜਾਂਦੇ ਹਾਂ, ਅਸਚਰਜਿਤ ਹੁੰਦੇ ਹਾਂ, ਹੈਰਾਨ ਹੁੰਦੇ ਹਾਂ, ਸਰਪ੍ਰਾਈਜ਼ਡ ਹੁੰਦੇ ਹਾਂ, ਇੱਕਦਮ ਅਸੀਂ ਕਿਸੇ ਚੀਜ਼ ਨੂੰ ਵੇਖ ਕੇ ਜਾਂ ਕੋਈ ਕੰਮ ਬਾਰੇ ਸੁਣਦੇ ਹਾਂ, ਕੋਈ ਗੱਲ ਸੁਣਦੇ ਹਾਂ, ਤੇ ਹੈਰਾਨੀ ਦੇ ਭਾਵ ਸਾਡੇ ਪ੍ਰਗਟ ਹੁੰਦੇ ਨੇ, ਉਦੋਂ ਅਸੀਂ ਜਿਹੜੇ ਸ਼ਬਦਾਂ ਦੀ ਵਰਤੋਂ ਕਰਦੇ ਹਾਂ ਉਹਨਾਂ ਨੂੰ ਅਸੀਂ ਹੈਰਾਨੀਵਾਚਕ ਵਿਸਮਕ ਆਖਦੇ ਹਾਂ। ਜਿਵੇਂ ਇੱਥੇ ਲਿਖਿਆ ਹੈ ਆਹਾ, ਉਹ, ਵਾਹ ਵਾਹ, ਕਮਾਲ ਹੈ, ਅੱਛਾ ਆਦਿ। ਹੁਣ ਤੁਸੀਂ ਆਮ ਸੁਣਿਆ ਹੋਏਗਾ ਘਰਦਿਆਂ ਦੇ ਕੋਲੋਂ ਹੀ ਕਈ ਵਾਰੀ, ਅੱਛਾ ਬਾਹਰ ਚਲਾ ਗਿਆ ਉਹਨਾਂ ਦਾ ਮੁੰਡਾ, ਕਦੋਂ ਗਿਆ? ਅੱਛਾ ਜਿਹੜਾ ਹੈ ਉਹ ਇੱਕਦਮ ਹੈਰਾਨੀ ਹੈ ਕਿ ਅੱਛਾ ਇਦਾਂ ਹੋ ਗਿਆ ਹੈ, ਤੂੰ ਉੱਥੇ ਗਿਆ ਸੀ। ਆਪਾਂ ਗੱਲਬਾਤ ਕਰਦੇ ਕਹਿੰਦੇ ਨਾ, ਜਦੋਂ ਕੋਈ ਤੁਹਾਡਾ ਫਰੈਂਡ ਤੁਹਾਨੂੰ ਇੱਕ ਦੂਜੇ ਨੂੰ ਗੱਲਬਾਤ ਸੁਣਾ ਰਿਹਾ ਹੋਵੇ ਵੀ ਮੈਂ ਤੇ ਫਲਾਣੀ ਜਗ੍ਹਾ ਤੇ ਘੁੰਮਣ ਗਿਆ ਸੀ ਛੁੱਟੀਆਂ 'ਚ, ਤੇ ਦੂਜਾ ਆਪਾਂ ਕਿਉਰਿਓਸਿਟੀ ਹੁੰਦੀ ਹੈ ਪੁੱਛਣ ਦੀ ਅੱਗੋਂ ਹੋਰ, ਤੇ ਹੈਰਾਨੀ ਵੀ ਹੋ ਰਹੀ ਹੁੰਦੀ ਹੈ, ਯਕੀਨ ਜਿਹਾ ਨਹੀਂ ਹੁੰਦਾ ਛੇਤੀ, ਤੇ ਹੈਰਾਨ ਹੋ ਕੇ ਹੈ ਸੱਚੀ ਤੂੰ ਉੱਥੇ ਗਿਆ ਸੀ, ਕੀ ਦੇਖਿਆ ਉੱਥੇ, ਫਿਰ ਆਹ ਚੀਜ਼ ਵੇਖੀ, ਉਹ ਚੀਜ਼ ਵੇਖੀ। ਕਈ ਤਰ੍ਹਾਂ ਦੇ ਸਵਾਲ ਸਾਡੇ ਮਨ ਦੇ ਵਿੱਚ ਪੈਦਾ ਹੁੰਦੇ ਨੇ। ਸੋ ਇਹ ਹੁੰਦੇ ਨੇ ਹੈਰਾਨੀਵਾਚਕ ਵਿਸਮਕ। ਇਸ ਤਰ੍ਹਾਂ ਅਗਲੀ ਕਿਸਮ ਹੈ ਖੁਸ਼ੀਵਾਚਕ ਵਿਸਮਕ। ਖੁਸ਼ੀ ਹੋਣਾ, ਜਦੋਂ ਹੈਪੀ ਹੋਵੋਗੇ, ਖੁਸ਼ ਹੋਵੋਗੇ, ਪ੍ਰਸੰਨ ਹੋਵੋਗੇ, ਉਦੋਂ ਜਿਹੜੇ ਭਾਵ ਪ੍ਰਗਟ ਕਰਨ ਲਈ ਤੁਸੀਂ ਜਿਨ੍ਹਾਂ ਸ਼ਬਦਾਂ ਦੀ ਵਰਤੋਂ ਕਰੋਗੇ ਇਹੋ ਜਿਹੇ ਭਾਵਾਂ ਲਈ, ਉਹਨਾਂ ਨੂੰ ਅਸੀਂ ਖੁਸ਼ੀਵਾਚਕ ਵਿਸਮਕ ਆਖ ਦਿੰਦੇ ਹਾਂ। ਜਿਵੇਂ ਬੱਲੇ, ਕਮਾਲ ਹੋ ਗਈ, ਆਹਾ ਆਦਿ। ਹੁਣ ਇੱਥੇ ਆਹਾ ਉੱਪਰ ਵੀ ਵਰਤਿਆ ਗਿਆ ਹੈਰਾਨੀਵਾਚਕ ਵਿੱਚ ਵੀ, ਤੇ ਆਹਾ ਥੱਲੇ ਵੀ ਵਰਤਿਆ ਗਿਆ ਹੈ। ਹੁਣ ਇੱਥੇ ਭਾਵ ਵੱਖਰੇ ਵੱਖਰੇ ਨੇ, ਦੋਨਾਂ ਦੇ ਸ਼ਬਦ ਇੱਕੋ ਹੀ ਹੈ, ਪਰ ਅਸੀਂ ਕਿਹੜੇ ਭਾਵ ਨਾਲ ਉਹਨਾਂ ਦੀ ਵਰਤੋਂ ਕਰ ਰਹੇ ਹਾਂ। ਉੱਪਰ ਹੈਰਾਨੀ ਸੀ, ਉੱਪਰ ਉਹਨਾਂ ਨੇ ਉਦਾਹਰਨ ਦਿੱਤੀ ਸੀ ਆਹਾ, ਉਹ ਸਾਡੇ ਘਰ ਆ ਰਹੇ ਹਨ। ਹੈਰਾਨੀ ਹੈ ਕਿ ਘਰ ਆ ਰਹੇ ਨੇ ਸਾਡੇ, ਉਹ ਹੈਰਾਨ ਹੋ ਗਏ ਆ ਵੀ ਆਹੋ ਆਉਣ ਲੱਗੇ ਨੇ ਸਾਡੇ ਘਰ। ਤੇ ਥੱਲੇ ਹੈ ਆਹਾ, ਮੇਰੀ ਲਾਟਰੀ ਲੱਗ ਗਈ। ਹੁਣ ਲਾਟਰੀ ਲੱਗਣਾ ਤੇ ਖੁਸ਼ੀ ਵਾਲੀ ਗੱਲ ਹੈ ਨਾ ਕੁਛ ਮਿਲੇਗਾ ਹੀ ਲਾਟਰੀ ਦੇ ਵਿੱਚੋਂ। ਸੋ ਇੱਥੇ ਭਾਵ ਅਲੱਗ ਹੈ, ਕਿਹੜੇ ਭਾਵ ਵਿੱਚ ਉਸ ਸ਼ਬਦ ਨੂੰ ਅਸੀਂ ਵਰਤ ਰਹੇ ਹਾਂ ਇਹ ਚੀਜ਼ ਸੋਚਣੀ ਜ਼ਿਆਦਾ ਜ਼ਰੂਰੀ ਹੈ। ਸਿਰਫ ਸ਼ਬਦ ਨੂੰ ਤੁਸੀਂ ਇੱਕੋ ਕੈਟਾਗਰੀ ਦੇ ਵਿੱਚ ਸੀਮਤ ਨਹੀਂ ਕਰ ਸਕਦੇ, ਸ਼ਬਦ ਨੂੰ ਤੁਸੀਂ ਉਹਦੇ ਭਾਵ ਨੂੰ ਸਮਝਣਾ ਹੈ ਕਿ ਇਹ ਕਿਹੜੇ ਭਾਵ ਲਈ ਅਸੀਂ ਵਰਤ ਰਹੇ ਹਾਂ। ਇੱਥੇ ਆਹਾ ਸ਼ਬਦ ਹੈ ਜਿਹੜਾ ਉਹ ਖੁਸ਼ੀ ਦੇ ਭਾਵ ਨੂੰ ਪ੍ਰਗਟਾ ਰਿਹਾ। ਇਸੇ ਤਰ੍ਹਾਂ ਜਿੱਦਾਂ ਅਸੀਂ ਕਹਿੰਦੇ ਹਾਂ ਬੱਲੇ ਬੱਲੇ ਸ਼ੇਰਾ, ਬੜਾ ਚੰਗਾ ਕੰਮ ਕੀਤਾ, ਬੱਲੇ ਬੱਲੇ ਸ਼ੇਰਾ ਤੂੰ ਤੇ ਜਿੱਤ ਗਿਆ, ਫਿਰ ਜਾਂ ਤੈਨੂੰ ਤੇ ਕਮਾਲ ਹੋ ਗਈ, ਤੂੰ ਤੇ ਫਸਟ ਆ ਗਿਆ, ਚੰਗੀ ਗੱਲ ਹੋਈ, ਪ੍ਰਾਈਜ਼ ਜਿੱਤ ਲਿਆ ਤੂੰ। ਇਹ ਜਿਹੜੇ ਸ਼ਬਦ ਨੇ ਖੁਸ਼ੀ ਦੇ ਭਾਵਾਂ ਨੂੰ ਪ੍ਰਗਟ ਕਰਦੇ ਨੇ, ਸੋ ਇਹਨਾਂ ਨੂੰ ਅਸੀਂ ਖੁਸ਼ੀਵਾਚਕ ਵਿਸਮਕ ਆਖਦੇ ਹਾਂ। ਆਸ ਕਰਦੀ ਹਾਂ ਵਿਸਮਕ ਸੰਬੰਧੀ ਜਿੰਨੀ ਜਾਣਕਾਰੀ ਤੁਹਾਨੂੰ ਦਿੱਤੀ ਗਈ ਹੈ ਤੁਹਾਨੂੰ ਸਮਝ ਆਈ ਹੋਏਗੀ। ਇਸ ਤੋਂ ਬਾਅਦ ਇੱਕ ਹੋਰ ਥੱਲੇ ਸ਼ਬਦ ਸ਼੍ਰੇਣੀ ਦੇ ਘੇਰੇ ਵਿੱਚ ਜਿਹੜੀ ਨਹੀਂ ਆਉਂਦੀ ਸ਼੍ਰੇਣੀ, ਉਹ ਹਨ ਨਿਪਾਤ। ਇਹਦਾ ਨਾਮ ਬਹੁਤ ਘੱਟ ਸੁਣਿਆ ਹੋਏਗਾ ਤੁਸੀਂ, ਪਰ ਇਹ ਜ਼ਰੂਰੀ ਹੈ। ਨਿਪਾਤ ਉਹ ਸ਼ਬਦ ਹੁੰਦੇ ਨੇ ਜਿਹੜੇ ਵਿਆਕਰਨ ਦੀ ਸ਼ਬਦ ਸ਼੍ਰੇਣੀ ਵਿੱਚ ਨਹੀਂ ਆਉਂਦੇ, ਭਾਵ ਨਾਮ, ਪੜਨਾਮ, ਕਿਰਿਆ ਵਿਸ਼ੇਸ਼ਣ, ਸੰਬੰਧਕ, ਯੋਜਕ, ਵਿਸਮਕ, ਇਹਨਾਂ ਦੀ ਕੈਟਾਗਰੀ ਵਿੱਚ ਇਹਨਾਂ ਨੂੰ ਅਸੀਂ ਨਹੀਂ ਲਿਆਉਂਦੇ, ਪਰ ਇਹਨਾਂ ਸ਼ਬਦਾਂ ਦੀ ਵਰਤੋਂ ਅਸੀਂ ਕਾਫੀ ਹੱਦ ਤੱਕ ਕਰਦੇ ਹਾਂ। ਇਹਨਾਂ ਨੂੰ ਅਸੀਂ ਨਿਪਾਤ ਆਖਦੇ ਹਾਂ, ਇਹੋ ਜਿਹੇ ਸ਼ਬਦਾਂ ਨੂੰ। ਇਹਦੇ ਵਿੱਚ ਕਿਹੜੇ ਸ਼ਬਦ ਆਉਂਦੇ ਹਨ? ਜਿਵੇਂ ਨਹੀਂ, ਆਹੋ, ਹੂੰ, ਹੀ, ਹਾਂ, ਨਾ ਆਦਿ। ਹੁਣ ਇਹਦੀ ਵਰਤੋਂ ਕਿਵੇਂ ਹੁੰਦੀ ਹੈ ਕਿ ਵਾਕਾਂ ਵਿੱਚ ਨਿਪਾਤ ਦੀ ਵਰਤੋਂ ਦੋ ਕਿਸਮਾਂ ਨਾਲ ਕੀਤੀ ਜਾਂਦੀ ਹੈ। ਕਿਹੜੀਆਂ ਕਿਸਮਾਂ ਨੇ? ਪਹਿਲੀ ਕਿਸਮ ਕੀ ਹੈ ਕਿ ਨਿਪਾਤ ਵਾਕ ਦਾ ਹਿੱਸਾ ਹੁੰਦੇ ਨੇ, ਤੇ ਦੂਸਰੀ ਕਿਸਮ ਅਨੁਸਾਰ ਇਹ ਵਾਕ ਤੋਂ ਬਾਹਰ ਵੀ ਹੁੰਦੇ ਨੇ।
ਹੁਣ ਪਹਿਲਾ ਵਾਕ ਪੜੋ। ਇੱਥੇ ਪਹਿਲੇ ਵਿੱਚ ਲਿਖਿਆ ਹੈ ਰਜਵੰਤ ਦਿੱਲੀ ਨਾ ਜਾਵੇ। ਦੂਸਰਾ ਵਾਕ ਲਿਖਿਆ ਹੈ ਅੱਜ ਰਮਨ ਸਕੂਲ ਨਹੀਂ ਗਿਆ। ਰਜਵੰਤ ਦਿੱਲੀ ਨਾ ਜਾਵੇ, ਇੱਥੇ ਨਾ ਮਤਲਬ ਮਨਾ ਕੀਤਾ ਗਿਆ। ਨਾ ਸ਼ਬਦ ਹੈ ਜਿਹੜਾ ਨਾ ਜਾਣ ਲਈ ਕਿਹਾ ਗਿਆ, ਦੈਟ ਮੀਨਸ ਕਿ ਉਹਨੂੰ ਉੱਥੇ ਦਿੱਲੀ ਜਾਣ ਦਾ ਕੋਈ ਕਾਰਨ ਰਿਹਾ ਹੋਏਗਾ ਵੀ ਉਹਨੂੰ ਨਾ ਜਾਣ ਵਾਸਤੇ, ਉਹਨੇ ਜਾਣਾ ਹੈ ਤੇ ਉਹਨੂੰ ਨਾ ਕਿਸੇ ਕਾਰਨ ਕਰਕੇ ਅਸੀਂ ਰੋਕ ਰਹੇ ਹਾਂ ਵੀ ਨਾ ਜਾਵੇ। ਅੱਜ ਰਮਨ ਸਕੂਲ ਨਹੀਂ ਗਿਆ। ਹੁਣ ਨਹੀਂ ਗਿਆ ਉਹਦੇ ਪਿੱਛੇ ਵੀ ਕੋਈ ਰੀਜ਼ਨ ਹੋਏਗਾ ਤਾਂ ਹੀ ਨਹੀਂ ਗਿਆ। ਅਸੀਂ ਨਹੀਂ ਤੇ ਨਾ ਸ਼ਬਦ ਵਰਤ ਰਹੇ ਹਾਂ ਪਰ ਇਹ ਵਾਕ ਦਾ ਹਿੱਸਾ ਨੇ। ਜੇ ਅਸੀਂ ਇਹਨਾਂ ਨੂੰ ਵਾਕ ਦੇ ਵਿੱਚੋਂ ਕੱਢ ਲਈਏ ਤੇ ਅਰਥ ਬਦਲ ਜਾਣਗੇ। ਰਜਵੰਤ ਦਿੱਲੀ ਜਾਵੇ, ਅੱਜ ਰਮਨ ਸਕੂਲ ਗਿਆ। ਹੁਣ ਨਾ ਤੇ ਨਹੀਂ ਜਦੋਂ ਕੱਢ ਲਾਂਗੇ ਤੇ ਅਰਥ ਬਦਲ ਗਏ ਨੇ ਇਹਦੇ ਵਾਕ ਦੇ, ਇਸ ਲਈ ਇਹ ਵਾਕ ਦਾ ਹਿੱਸਾ ਨਹੀਂ, ਵਿੱਚ ਲੱਗੇ ਨੇ ਤੇ ਵਾਕ ਦਾ ਹਿੱਸਾ ਨੇ। ਵਾਕ ਦਾ ਅਰਥ ਸਮਝ ਆ ਰਿਹਾ ਹੈ। ਹੇਠਾਂ ਜਿਹੜੇ ਵਾਕ ਲਿਖੇ ਗਏ ਨੇ ਉਹਨਾਂ ਨੂੰ ਹੁਣ ਇੱਕ ਵਾਰੀ ਵੇਖੀਏ। ਹਾਂ ਮੈਂ ਪਿੰਡ ਗਿਆ ਸੀ। ਹਾਂ ਸ਼ਬਦ ਹੈ ਜਿਹੜਾ ਇਹ ਵੀ ਨਿਪਾਤ ਹੈ ਪਰ ਇਹ ਵਾਕ ਤੋਂ ਬਾਹਰ ਹੈ। ਹਾਂ ਤੋਂ ਬਾਅਦ ਕੋਮਾ ਲਗਾ ਦਿੱਤਾ ਗਿਆ, ਫਿਰ ਅੱਗੋਂ ਵਾਕ ਸ਼ੁਰੂ ਕੀਤਾ ਗਿਆ ਮੈਂ ਪਿੰਡ ਗਿਆ ਸੀ। ਅਗਲਾ ਹੈ ਨਹੀਂ ਤੁਹਾਨੂੰ ਅੱਜ ਇਹ ਕੰਮ ਕਰਨਾ ਹੀ ਪੈਣਾ ਹੈ। ਨਹੀਂ ਵੀ ਵਾਕ ਤੋਂ ਪਹਿਲਾਂ ਲਿਖਿਆ ਹੈ। ਹਾਂ ਮੈਂ ਪਿੰਡ ਗਿਆ ਸੀ, ਜੇ ਹੁਣ ਹਾਂ ਨਾ ਵੀ ਲਿਖਿਆ ਹੋਵੇ ਮੈਂ ਪਿੰਡ ਗਿਆ ਸੀ ਤਾਂ ਵੀ ਸਮਝ ਆ ਰਹੀ ਵੀ ਪਿੰਡ ਗਿਆ ਸੀ ਇਹ ਵਿਅਕਤੀ। ਹਾਂ ਲਿਖ ਦਿੱਤਾ ਤੇ ਤਾਂ ਵੀ ਉਹੀ ਸੇਮ ਅਰਥ ਨੇ। ਹੁਣ ਇੱਥੇ ਨਿਪਾਤ ਹੈ ਜਿਹੜਾ ਵਾਕ ਦਾ ਹਿੱਸਾ ਨਹੀਂ ਹੈ, ਵਾਕ ਤੋਂ ਬਾਹਰ ਹੈ। ਉੱਪਰ ਵਾਲੇ ਜਿਹੜੇ ਵਾਕ ਸਨ ਉਹਨਾਂ ਦੇ ਵਿੱਚ ਨਿਪਾਤ ਵਾਕ ਦਾ ਹਿੱਸਾ ਸਨ। ਦੋ ਤਰ੍ਹਾਂ ਨਾਲ ਇਹ ਦੋ ਕਿਸਮਾਂ ਦੇ ਵਿੱਚ ਇਹਨਾਂ ਦੀ ਵਰਤੋਂ ਕੀਤੀ ਜਾਂਦੀ। ਇੱਕ ਕਿਸਮ ਦੇ ਅਨੁਸਾਰ ਇਹ ਵਾਕ ਦੇ ਵਿੱਚ ਆਉਂਦੇ ਨੇ, ਵਾਕ ਦਾ ਹਿੱਸਾ ਬਣਦੇ ਨੇ। ਦੂਜੀ ਕਿਸਮ ਅਨੁਸਾਰ ਇਹ ਵਾਕ ਤੋਂ ਬਾਹਰ ਹੁੰਦੇ ਨੇ। ਸੋ ਇਹ ਦੋ ਕਿਸਮਾਂ ਨੇ। ਨਿਪਾਤ ਉਹ ਸ਼ਬਦ ਨੇ ਜਿਹੜੇ ਵਿਆਕਰਨਕ ਸ਼ਬਦ ਸ਼੍ਰੇਣੀ ਦੀ ਕੈਟਾਗਰੀ ਵਿੱਚ ਨਹੀਂ ਆਉਂਦੇ ਪਰ ਇਹਨਾਂ ਦੀ ਵਰਤੋਂ ਅਸੀਂ ਬਖੂਬੀ ਕਰਦੇ ਹਾਂ, ਬਹੁਤ ਕਰਦੇ ਹਾਂ। ਔਰ ਇਹਨਾਂ ਦੀ ਆਪਣੀ ਇੱਕ ਰੈਪੂਟੇਸ਼ਨ ਹੈ, ਆਪਣਾ ਇੱਕ ਸਥਾਨ ਹੈ। ਇਸ ਲਈ ਇਹਨਾਂ ਨੂੰ ਅਸੀਂ, ਇਹਨਾਂ ਸ਼ਬਦਾਂ ਦਾ ਨਾਮ ਨਿਪਾਤ ਹੈ। ਨਿਪਾਤ ਦੇ ਨਾਮ ਨਾਲ ਅਸੀਂ ਇਹਨਾਂ ਨੂੰ ਜਾਣਦੇ ਹਾਂ। ਦੋ ਕਿਸਮਾਂ ਤੁਹਾਨੂੰ ਦੱਸ ਦਿੱਤੀਆਂ ਨੇ, ਕਿਹੜੀਆਂ ਨੇ। ਆਓ ਹੁਣ ਅੱਗੇ ਅਸੀਂ ਕਰਦੇ ਹਾਂ ਬੈਕ ਐਕਸਰਸਾਈਜ਼। ਵਿਸਮਕ ਦੇ ਪ੍ਰਸ਼ਨ ਉੱਤਰ ਨੇ ਜਿਹੜੇ ਤੁਹਾਨੂੰ ਲਿਖਤੀ ਰੂਪ ਵਿੱਚ PDF ਫਾਈਲ ਭੇਜੀ ਜਾਏਗੀ, ਉਹਨਾਂ ਨੂੰ ਤੁਸੀਂ ਦੇਖ ਕੇ ਕਰ ਸਕਦੇ ਹੋ। ਕੋਸ਼ਿਸ਼ ਕਰੋ ਪਹਿਲਾਂ ਆਪਣੇ ਆਪ ਕਰਨ ਦੀ, ਨਾ ਪਤਾ ਲੱਗੇ ਤੇ ਤੁਸੀਂ PDF ਫਾਈਲ ਦੇ ਵਿੱਚੋਂ ਕਰ ਸਕਦੇ ਹੋ। ਇਸ ਤੋਂ ਬਾਅਦ ਹੈ ਜੀ ਅੱਗੇ ਬਹੁ ਵਿਕਲਪੀ ਪ੍ਰਸ਼ਨ ਨੇ। ਪਹਿਲਾ ਪ੍ਰਸ਼ਨ ਹੈ ਹੇਠਲੇ ਵਿਸਮਕਾਂ ਵਿੱਚ ਸ਼ੋਕਵਾਚਕ ਵਿਸਮਕ ਕਿਹੜਾ ਹੈ? ਸ਼ੋਕ ਕਿਹੜਾ ਹੁੰਦਾ ਹੈ? ਜਿਹੜਾ ਦੁੱਖ ਦੇ, ਗਮ ਦੇ ਭਾਵ ਪ੍ਰਗਟ ਕਰੇ। ਇੱਥੇ ਹੁਣ ਸ਼ਬਦ ਆਏਗਾ ਹਾਈ, ਚੌਥੇ ਵਾਲਾ। ਇਸੇ ਤਰ੍ਹਾਂ ਹੇਠਲੇ ਵਿਸਮਕਾਂ ਵਿੱਚੋਂ ਅਸੀਸਵਾਚਕ ਵਿਸਮਕ ਅਸੀਂ ਚੁਣਨਾ ਹੈ। ਅਸੀਸ ਜਦੋਂ ਆਸ਼ੀਰਵਾਦ ਦੇ ਭਾਵ ਪ੍ਰਗਟ ਹੋਣ। ਇੱਥੇ ਹੁਣ ਕਿਹੜਾ ਹੈ? ਜਿਉਂਦਾ ਰਹਿ। ਇਸ ਤੋਂ ਬਾਅਦ ਹੈਰਾਨੀਵਾਚਕ ਵਿਸਮਕ ਚੁਣਨਾ ਹੈ। ਹੈਰਾਨੀ ਹੈ ਸ਼ਬਦ ਜਿਹੜਾ ਹੈ ਉਹ ਹੈਰਾਨੀ ਪ੍ਰਗਟਾ ਰਿਹਾ। ਇਸ ਪਿੱਛੋਂ ਅਗਲਾ ਪ੍ਰਸ਼ਨ ਹੈ ਖਬਰਦਾਰ, ਸਾਵਧਾਨ। ਇਹ ਕਿਹੜੇ ਵਿਸਮਕ ਨੇ, ਕਿਹੜੀ ਪ੍ਰਕਾਰ ਹੈ? ਇਹ ਸਾਨੂੰ ਕੋਈ ਸੂਚਨਾ ਦੇ ਰਹੇ ਨੇ, ਤਾਕੀਦ ਕਰ ਰਹੇ ਨੇ। ਸੋ ਇਹ ਸੂਚਨਾਵਾਚਕ ਵਿਸਮਕ ਨੇ। ਅਗਲਾ ਹੈ ਜੀ ਵੇ ਬੇਸ਼ਰਮਾ। ਇਹਦੀ ਪ੍ਰਕਾਰ ਦੱਸਣੀ ਹੈ। ਫਿਟਕਾਰ ਪਾਈ ਹੈ, ਸੋ ਫਿਟਕਾਰਵਾਚਕ ਵਿਸਮਕ ਹਨ। ਸ਼ਾਬਾਸ਼, ਕਿਸੇ ਨੇ ਚੰਗਾ ਕੰਮ ਕੀਤਾ ਤੇ ਉਹਦੀ ਪ੍ਰਸ਼ੰਸਾ ਕੀਤੀ ਗਈ, ਵਡਿਆਈ ਕੀਤੀ ਗਈ ਹੈ, ਇਸ ਲਈ ਇਹ ਕੀ ਹੈ? ਪ੍ਰਸ਼ੰਸਾਵਾਚਕ ਵਿਸਮਕ। ਕਾਸ਼ ਸ਼ਬਦ ਹੈ ਜਿਹੜਾ, ਹੁਣ ਇੱਛਾ ਹੈ, ਕਾਸ਼ ਮੈਂ ਪ੍ਰਧਾਨ ਮੰਤਰੀ ਹੁੰਦਾ, ਕਾਸ਼ ਮੈਂ ਲੀਡਰ ਹੁੰਦਾ, ਕਾਸ਼ ਮੇਰੇ ਕੋਲ ਵੱਡੀ ਗੱਡੀ ਹੁੰਦੀ। ਕਾਸ਼ ਇੱਛਾ ਪ੍ਰਗਟਾ ਰਿਹਾ, ਮਨ ਦੀ ਇੱਛਾ, ਤਮੰਨਾ ਪ੍ਰਗਟਾ ਰਿਹਾ, ਇੱਛਾਵਾਚਕ ਵਿਸਮਕ ਆਏਗਾ। ਇਸ ਤੋਂ ਅੱਗੇ ਹੈ ਨਿਪਾਤ ਕਿਸ ਸ਼ਬਦ ਸ਼੍ਰੇਣੀ ਵਿੱਚ ਆਉਂਦੇ ਹਨ? ਅਸੀਂ ਪੜ੍ਹ ਚੁੱਕੇ ਹਾਂ ਕਿ ਵਿਆਕਰਨ ਦੀ ਕਿਸੇ ਵੀ ਸ਼ਬਦ ਸ਼੍ਰੇਣੀ ਦੇ ਵਿੱਚ ਇਹ ਨਹੀਂ ਆਉਂਦੇ। ਸੋ ਇੱਥੇ ਅਸੀਂ ਕਿਸੇ ਵਿੱਚ ਨਹੀਂ, ਗੱਗਾ ਜਿਹੜਾ ਲਿਖਿਆ ਹੈ ਉਸ ਨੂੰ ਅਸੀਂ ਸਹੀ ਕਰਾਂਗੇ। ਇਸ ਤੋਂ ਬਾਅਦ ਹੈ ਵਿਸਮਕ ਚੁਣਨੇ ਨੇ ਸੀ ਇਹਨਾਂ ਵਾਕਾਂ ਦੇ ਵਿੱਚੋਂ ਤੇ ਉਹਨਾਂ ਦੀ ਕਿਸਮ ਲਿਖਣੀ ਹੈ। ਜਿਵੇਂ ਉੱਪਰ ਉਹਨਾਂ ਨੇ ਅੜਿਆ ਸ਼ਬਦ ਲਿਖਿਆ ਹੈ ਵਿਸਮਕ, ਉਹਦੀ ਕਿਸਮ ਦੱਸ ਦਿੱਤੀ ਹੈ ਕਿ ਸੰਬੋਧਨੀ ਵਿਸਮਕ ਹੈ। ਹੁਣ ਤੁਹਾਨੂੰ ਇੰਨਾ ਕੁ ਤੇ ਪਤਾ ਹੈ ਕਿ ਜਿਹੜਾ ਵਿਸਮਕ ਹੈ ਉਹਦੇ ਪਿੱਛੇ ਡੰਡੀ ਬਿੰਦੀ ਲੱਗਦੀ ਹੈ। ਸੋ ਪਹਿਲੇ ਸ਼ਬਦ ਜਿਹੜੇ ਆਉਣਗੇ ਜਿੱਥੋਂ ਤੱਕ ਡੰਡੀ ਬਿੰਦੀ ਲੱਗੀ ਹੈ ਉਹ ਸ਼ਬਦ ਵਿਸਮਕ ਹੋਣਗੇ। ਉਸ ਤੋਂ ਅੱਗੇ ਅਸੀਂ ਉਹਨਾਂ ਦੀ ਕਿਸਮ ਲਿਖ ਦੇਣੀ ਹੈ। ਸੋ ਇਹਨਾਂ ਸ਼ਬਦਾਂ ਨੂੰ ਅਸੀਂ ਚੁੱਕਣਾ ਹੈ। ਮੈਂ ਸਿਰਫ ਸ਼ਬਦ ਬੋਲਣ ਜਾ ਰਹੀ ਹਾਂ ਤੇ ਉਹਨਾਂ ਦੀ ਕਿਸਮ ਬੋਲਾਂਗੀ। ਤੁਸੀਂ ਇਸੇ ਤਰ੍ਹਾਂ ਆਪਣੀਆਂ ਕਿਤਾਬਾਂ ਦੇ ਉੱਪਰ ਲਿਖ ਲੈਣੇ ਹਨ। ਸ਼ਾਬਾਸ਼ ਵਿਸਮਕ ਹੈ, ਕਿਸਮ ਹੈ ਇਹਦੀ ਪ੍ਰਸ਼ੰਸਾਵਾਚਕ। ਨੈਕਸਟ ਹੈ ਆਓ ਜੀ,
सत्कार दिता गया है, सो सत्कारवाचक विस्मक है। हैं शब्द विस्मक है। हैरानीवाचक है क्योंकि हैरानी के भाव प्रगट हो रहे हैं। भला होवे विस्मक है। किस्म है यदि असीसवाचक आशीर्वाद के भाव प्रगट हो रहे हैं। काश हुणे असी MCQs विच करके आए हैं बहु विकल्पी प्रश्नों के विच काश शब्द है जिहड़ा इच्छावाचक विस्मक है। दुरलानत बुरा किया गया लानत के भाव ने, सो दुरलानत विस्मक है जिहड़ा यह है फिटकारवाचक विस्मक। सावधान ताकीद की गई है, सो ये सूचनावाचक विस्मक। बेशर्मा फिर लानत है, यह आएगा फिटकारवाचक विस्मक। हाय हाय शब्द शोकवाचक विस्मक क्योंकि दुख के भाव प्रगटा रहे हैं। इस तो अगे लिखे ने कि हेठले वाकां विचों निपात की चोण करो, ये भी दसो कि वाक का हिस्सा है कि नहीं। पहला उन्होंने लिखा है वाक मनजीत संगरूर ना आवे, ना शब्द सेंटर विच आया, वाक दे विच आया, हिस्सा बनया है, सो उन्होंने लिख दिता है वाक का हिस्सा है। अगला है हाँ मैं उसनू टैलीफोन किया सी। हुण हाँ शब्द वाक तो पहला है, पिछे कोमा दिता है, निपात इत्थे हाँ शब्द है पर यह वाक का हिस्सा नहीं है। अगला वाक है जी माता जी अज बाजार ना जाना। माता जी नू बाजार ना जान लई कहा गया है, ना शब्द निपात है पर एक ही वाक का यह हिस्सा है। नहीं मैं सुखविंदर तो किताब लही है। नहीं शब्द कोमा पा दिता अगे, नहीं शब्द निपात है, अगे दे लिखांगे वाक का हिस्सा नहीं है। पंजवां है अज इत्थे मीह नहीं पिया, ये वाक का हिस्सा है, दस रहे हैं कि मीह नहीं पिया। नहीं शब्द निपात है, अगे लिखांगे वाक का हिस्सा है। आस करती हाँ ये सारा तुहानू समझ आया होएगा। कल फिर मिलांगे, कल तक लई धन्नवाद। शब्बा खैर।